जैत श्री महला चौथा। घर पहला चौपदे। एक ओंकार सतगुर प्रसाद। मेरे हियर रतन नाम हर बसिया। गुर हाथ धरियो मेरे माथा। जन्म जन्म के किल बिख दुख उतरे। गुर नाम दियो रिन लाथा। मेरे ही अरै रतन नाम हर बसिया। गुर हाथ धरियो मेरे माथा। जन्म जन्म के किल बिख दुख उतरे। गुर नाम दियो रिन लाथा। मेरे मन भज राम नाम सब अर्था। गुर पूरै हर नाम दृढ़ाया। बिन नावै जीवन बिरथा रहाओ। बिन गुर मूढ़ भये है मन मुख। ते मोह माया नित फाथा। तिन साधु चरण ना सेवै कबहु। तिन सब जन्म अकाथा। जिन साधु चरण साध पग सेवे। तिन सफल्यो जन्म सनाथा। मोह को कीजै दास दास दासन को। हर दया धार जगन्नाथा। हम अंधले ज्ञानहीन अज्ञानी। क्यों चालै मार्ग पंथा। हम अंधले को गुर अंचल दीजै। जन नानक चलै मिलंथा। हम अंधले ज्ञानहीन अज्ञानी। क्यों चालै मार्ग पंथा। हम अंधले को गुर अंचल दीजै। जन नानक चलै मिलंथा। वाहिगुरु जी का खालसा वाहिगुरु जी की फतेह। धन धन चवर छतर तख्त दे मालक। हाजर नाजर प्रतख गुरु दसां पातशाहियां दी जोत। ज्ञान दे सागर सारी ही कायनात दे सांझे राइबर। जुगो जुग अटल। साहिब श्री गुरु ग्रंथ साहिब सच्चे पातशाह जी। सतगुरां जी दी पावन पवित्र हजूरी अंदर सुभाएमान। गुरु रूप गुरु प्यारी सत संगत जी। बड़े वड्डे भाग हन जो कि सतसंगत दीयां घड़ियां प्राप्त होईयां। बिन भागां सत संग ना लभै। बिन संगत मैल भरीजे जियो। जो सतगुर शरण संगत नहीं आए। त्रिग जीवे त्रिग जीवास। ये वड्डे भागां दी निशानी है। सतगुरु धन गुरु ग्रंथ साहिब सच्चे पातशाह जी दे दर्शन दारे। बाणी पढ़नी सुननी। गुरु घर दी सेवा करनी। सतसंगत दे दर्शन दारे करने। ये अमोलक दातां हन सतसंगत जी। सतगुरु सच्चे पातशाह जी आप ही त्रुठ करके कृपा करते हैं। अपने सेवकां दी झोली दे विच ये दातां पाउंदे हन। तरस पिया मेहरामत होई। सतगुर सज्जन मिलिया वो मेहर होई। जिहड़ी मिणी नहीं जा सकती। मेहर आ मित होई। मिणती तो बाहर है।
ਉਹ ਇਹੀ ਮਿਹਰ ਹੈ ਸਤਸੰਗਤ ਜੀ, ਸਤਸੰਗਤ ਦੀ ਮਿਹਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਮ ਜਪਣਾ ਸੁਣਨਾ ਇਹੀ ਕਿਰਪਾ ਹੈ। ਸਤਿਗੁਰ ਸੱਜਣ ਮਿਲਿਆ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੱਚੇ ਸੱਜਣ ਮਿਲੇ ਹਨ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤਖਤਾਂ ਤੇ ਬਿਰਾਜਮਾਨ ਹੋਏ, ਦੀਵਾਨ ਸੱਜੇ। ਸਤਿਗੁਰਾਂ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਉਦਮ ਕੀਤਾ ਹੈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ, ਚੌਪਈ ਸਾਹਿਬ ਜੀ ਦੇ ਜਾਪ ਹੋਏ, ਤਾਂ ਜੋ ਇਹ ਜੋ ਪੋਹ ਦਾ ਮਹੀਨਾ ਚੱਲ ਰਿਹਾ ਹੈ, ਅਸੀਂ ਵੀ ਕਿਤੇ ਅਕਿਰਤ ਘਣ ਨਾ ਬਣ ਜਾਈਏ, ਅਸੀਂ ਵੀ ਕੀਤੇ ਹੋਏ ਪਰਉਪਕਾਰਾਂ ਨੂੰ ਭੁੱਲ ਨਾ ਜਾਈਏ। ਯਾਦ ਕਰਨ ਦੇ ਲਈ, ਤੇ ਯਾਦ ਕਿੱਦਾਂ ਕਰਨਾ ਹੈ? ਨਾਮ ਦੇ ਦੁਆਰਾ, ਬਾਣੀ ਦੇ ਦੁਆਰਾ। ਸਤਸੰਗਤ ਜੀ, ਅਰਦਾਸ ਕਰਦਿਆਂ ਮਨ ਦੇ ਵਿੱਚ ਆਇਆ ਸੀ ਕਿ ਭਾਈ ਸਾਡੇ ਵੱਡਿਆਂ ਨੇ ਸਿਰਾਂ ਤੇ ਆਰੇ ਚੜਵਾ ਲਏ, ਸਾਡੇ ਵੱਡਿਆਂ ਨੇ ਖੋਪੜੀਆਂ ਲਵਾ ਲਈਆਂ, ਬੰਦ ਕਟਵਾ ਲਿਆ, ਪਰ ਸਿੱਖੀ ਨਹੀਂ ਛੱਡੀ। ਤੇ ਸਾਨੂੰ ਕੀ ਕਰਨ ਦਾ ਉਪਦੇਸ਼ ਦਿੱਤਾ ਕਿ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬਸ ਭਾਈ ਆਪਾਂ ਨਾਮ ਹੀ ਜਪਣਾ ਹੈ, ਬਾਣੀ ਹੀ ਪੜ੍ਹਨੀ। ਤੇ ਕੀ ਅਸੀਂ ਉਹ ਵੀ ਨਹੀਂ ਪੜ੍ਹ ਸਕਦੇ? ਅਸੀਂ ਉਹ ਵੀ ਨਹੀਂ ਜਾਪ ਸਕਦੇ? ਸਾਡੇ ਲਈ ਸਾਡੇ ਪਿਆਰਿਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਸੰਗਤ ਜੀ ਇੰਨਾ ਦੁੱਖ ਸਹਾਰ ਲਿਆ, ਇੰਨਾ ਜ਼ਿਆਦਾ ਦੁੱਖ ਸਹਾਰਿਆ ਕਿ ਜੇ ਕਿਤੇ ਮਨ ਲਾ ਕੇ ਭਾਈ ਇਸ ਇਤਿਹਾਸ ਨੂੰ ਪੜ੍ਹਿਆ ਵੀ ਜਾਵੇ ਨਾ, ਤੇ ਸਾਰਾ ਸਰੀਰ ਇੱਕ ਵਾਰੀ ਲੂੰ ਕੰਡੇ ਹੋ ਜਾਂਦਾ ਹੈ। ਤੇ ਜੇ ਕਿਤੇ ਨਾਮ ਦਾ ਲੈ ਕੇ ਆਸਰਾ ਬਿਰਤੀ ਦੇ ਦੁਆਰਾ ਉੱਥੇ ਪਹੁੰਚ ਜਾਈਏ ਜਿੱਥੇ ਸਤਿਗੁਰੂ ਜੀ ਇਹ ਖੇਡਾਂ ਵਰਤਾ ਰਹੇ ਸਨ। ਸਤ ਸੰਗਤ ਜੀ, ਅੱਜ 7 ਪੋਹ ਦਾ ਦਿਨ ਹੈ। ਆ ਜੋ ਰਾਤ ਨੰਗੀ ਹੈ ਨਾ, ਇਹ ਕਹਿਰ ਦੀ ਰਾਤ ਹੈ। ਕਹਿਰ ਦੀ ਰਾਤ ਕਿਉਂ? ਕਿਉਂਕਿ ਇਸ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਲੇ ਨੂੰ ਛੱਡਿਆ ਹੈ। ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛੱਡ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਰਹੇ ਹਨ ਬੜੀ ਹੀ ਵਿਉਂਤ ਦੇ ਨਾਲ। ਆਪਣੇ ਪਿਆਰਿਆਂ ਸਿੱਖਾਂ ਸੇਵਕਾਂ ਨੂੰ ਹਥਿਆਰਬੰਦ ਫੌਜਾਂ ਦਿੱਤੀਆਂ, ਹਥਿਆਰ ਦਿੱਤੇ, ਸ਼ਸਤਰ ਦਿੱਤੇ। ਤੇ ਇਸ ਤਰ੍ਹਾਂ ਸਤਸੰਗਤ ਜੀ ਬੜੇ ਪ੍ਰਬੰਧ ਦੇ ਨਾਲ ਵਹੀਰ ਰੂਪ ਦੇ ਵਿੱਚ ਨਹੀਂ ਕਿਲਾ ਛੱਡਿਆ। ਉੱਚੀ ਸੁੱਚੀ ਸੋਚ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਸਤਿਗੁਰੂ ਜੀ ਜਾਣਦੇ ਸਨ ਕਿ ਇਹਨਾਂ ਵੈਰੀਆਂ ਨੇ, ਜਿਨ੍ਹਾਂ ਨੇ ਕਸਮਾਂ ਖਾਧੀਆਂ ਨੇ, ਤੋੜ ਦੇਣੀਆਂ ਹਨ। ਕਿਉਂਕਿ ਸਤਸੰਗਤ ਜੀ, ਪਹਿਲੀ ਤਾਂ ਗੱਲ, ਜਿਹੜਾ ਧਰਮੀ ਹੈ ਉਹ ਗਲਤੀ ਕਰਦਾ ਹੀ ਨਹੀਂ, ਸਹੁੰ ਖਾਣ ਤੱਕ ਨੌਬਤ ਆਉਂਦੀ ਨਹੀਂ। ਜੇ ਕਸਮਾਂ ਖਾਧੀਆਂ ਜਾਣ, ਕੀਤੇ ਹੋਏ ਕੌਲ ਧਰਮੀ ਨਿਭਾ ਦਿੰਦਾ, ਸਿਰ ਭਾਵੇਂ ਲੱਥ ਜਾਵੇ। ਪਰ ਸਤਿਗੁਰੂ ਜੀ ਜਾਣਦੇ ਹਨ ਕਿ ਇਹਨਾਂ ਦਾ ਧਰਮ ਨਹੀਂ ਕੋਈ ਰਿਹਾ, ਇਹਨਾਂ ਦਾ ਧਰਮ ਲੋਭੀ ਹੋ ਚੁੱਕਾ ਹੈ। ਇਹ ਲੋਭੀ ਹੋ ਚੁੱਕੇ ਹਨ, ਇਹ ਮਾਇਆ ਦੀ ਪਕੜ ਦੇ ਵਿੱਚ ਫਸ ਚੁੱਕੇ ਹਨ। ਕੀਤੀਆਂ ਹੋਈਆਂ ਕਸਮਾਂ ਤੇ ਕੌਲ ਤੋੜ ਦਿੱਤੇ। ਸਤਸੰਗਤ ਜੀ, ਪਹਾੜੀ ਰਾਜਿਆਂ ਨੇ ਆਟੇ ਦੀ ਗਾਂ ਬਣਾ ਕੇ ਸਹੁੰਆਂ ਖਾਧੀਆਂ ਸਨ, ਜੰਜੂ ਥਾਲੀ ਦੇ ਵਿੱਚ ਰੱਖ ਕੇ ਸਹੁੰਆਂ ਖਾਧੀਆਂ ਸਨ। ਉਹ ਵੀ ਭੁੱਲ ਗਏ, ਉਹ ਵੀ ਭੁੱਲ ਗਏ ਕਿ ਧਰਮ ਦੀ ਇੱਜ਼ਤ ਕਿੱਦਾਂ ਕਰੀਦੀ ਹੈ, ਧਰਮ ਦਾ ਸਤਿਕਾਰ ਕਿੱਦਾਂ ਕਰੀਦਾ ਹੈ। ਇੱਧਰ ਮੁਗਲ ਰਾਜੇ, ਇਹ ਵੀ ਸਤਸੰਗਤ ਜੀ ਕੁਰਾਨ ਦੀ ਕਸਮ ਖਾਧੀ ਹੈ। ਕੁਰਾਨ ਦੇ ਉੱਤੇ ਲਿਖਿਆ ਹੈ
कि आप जी किला छड्ड के चले जावो, असी हमला नहीं करांगे। असी संधि कीती है पर कादी संधि पाई। चारे पास्यों फौजां आ गईयां, चारे पास्यों। सत संगत जी, ਗਿਆਨੀ ਗਿਆਨ ਸਿੰਘ जी इत्थे फौज की गिनती पता किन्नी दसदे हन। एक तो है चमकौर साहब जदों घेरा पिया सी ते ओदी लिखत धन गुरु गोबिंद सिंह साहब सच्चे पातशाह जी ने जफरनामे दे अंदर लिख करके दसिया कि 10 लाख फौज सी। ते जिहड़ी कलम सतगुरु सच्चे पातशाह जी दसदी है ना, जो लिखदी है, ਉਹਦੇ ਉੱਤੇ कोई शंका नहीं करना चाहिए। शरधा वाला तो नहीं करता, भावना वाला तो नहीं शंका करता, प्यार वाला तो नहीं शंका करता। पर ਜਿਹੜੇ ਸਾਡੇ ਵਰਗੇ बुद्धि जीव ਹਨ ਉਹ ਕਹਿੰਦੇ इदां किदां हो सकता है, एक दे नाल 1.25 ਲੱਖ किदां लड़ सकता है, कला कला किदां 1.25 ਲੱਖ ਦੇ ਨਾਲ लड़ सकता है। गुरमुखो सतगुरां जी ने करके विखाया। इत्थे भी ਗਿਆਨੀ ਗਿਆਨ ਸਿੰਘ जी लिखते हैं कि जिन्नी फौज सी ना, गिनती तो नहीं दसी, पर उन्होंने कहा कि जे एक एक मुठ मिट्टी दी भर के किते आनंदपुर साहब जी के किले वाल नूं सुट देंदे, जिन्नी फौज सी किला ही पूरिया जाना सी। इन्नी फौज सी, बेअंत फौज। पहाड़ी राजियां दी भी फौज, मुगलों की भी फौज, वजीर खां भी, सारे इकट्ठे हो गए, सारे कि सच नूं खत्म कर दईए। सारे इकट्ठे हो गए, सच नूं खत्म कर दईए। सारे पास्यों हमला हो गया। इन्हां जालमां ने ते हमला करना ही करना है। सतसंगत जी, कुदरत की खेड मींह भी पै रहा है। इतिहास दसदा है कि इन्हां ही दिनां दे विच लगातार बहुत ज़्यादा बारिश हुई सी ते वो बारिश दे करके सतसंगत जी जिहड़ी सरसा सी ना, ਉਹਦੇ ਵਿੱਚ ਜਿਹੜਾ ਪਾਣੀ ਸੀ बहुत ज़्यादा हो गया सी। लगातार बारिश होने दे करके बारिश भी हो रही है। सतगुरु सच्चे पातशाह जी ने किला छड्डिया। धन माता गुजर कौर जी दे नाल छोटे साहिबजादे एक घोड़े दे उत्ते सवार होए हन। जोरावर सिंह साहब जी ते फतेह सिंह साहब जी। 7 साल ते 9 साल की उम्र इतिहास दसदा है। उत्तों मीह पै रहा होवे ते आ दिन होण ठंड दे। वेखो सतसंगत जी, साडी जिंदगी दे विच कई वारी पोह दा महीना आ गया, कई वारी। सतगुरु सच्चे पातशाह जी किरपा करन, हो सकदा अगे भी आवे। ये जिहड़ा समा है ना, यह है महसूस करन दा। ये जिहड़ा समा है ना, ये है महसूस करन दा कि किद्दां साडे सतगुरु सच्चे पातशाह जी ने, किद्दां साडियां मातावां ने, किद्दां साडी बुजुर्ग दादी ने वो ठंड सहारी है। ये समा है महसूस करन दा। ते महसूस करन दे लई उदम करो भले, उठो अमृत वेले। आ जिहड़ा समा है ना हुण, इस समय दे विच ते सतगुरु सच्चे पातशाह जी सरसा दे कंडे ते नितनेम कर रहे सन। धन गुरु गोबिंद सिंह साहब सच्चे पातशाह जी। पंक्तियां याद दे विच आईयां सन, मंगल कीता सी, जां सुख देहे तां तुझे आराधी, दुख भी तुझे ध्याई। पढ़ना सौखा है, बाणी नूं पढ़ लेना सौखा। सतसंगत जी, सुन लैनी भी सौखी जे, पर जदों कमावांगे पता उदों लगना है। जां सुख देहे तां तुझे आराधी। सच्चे पातशाह नूं सुख देवे ते मैं तेरे नाल जुड़िया रवां, तू सुख देवे ते मैं तेरा शुकराना करां, तू सुख देवे ते मैं तेरे गुण गावां। इत्थों तक ही नहीं सीमित रहना। सतगुरु जी कहंदे दुख भी तुझे ध्याई। जे दुख भी आ जावे ना, ते फिर भी परमात्मा नूं ध्याउणा है। जां भुख देहे तां इत ही राजा।
ਭੁੱਖ ਦਵੇ ਨਾ ਕਿਤੇ ਤੇ ਰੱਜਿਆ ਮਹਿਸੂਸ ਕਰਾਂ ਆਪਣੇ ਆਪ ਨੂੰ। ਕਿਉਂ? ਕਿਉਂਕਿ ਦੁੱਖ ਵਿੱਚ ਸੂਖ ਮਨਾਈ। हे ਸੱਚੇ ਪਾਤਸ਼ਾਹ, ਜੇ ਤੂੰ ਦੁੱਖ ਵੀ ਦਵੇਂ ਤਾਂ ਵੀ ਤੇਰੇ ਨਾਲ ਜੁੜੇ ਰਹੀਏ, ਤੇ ਜੇ ਤੂੰ ਸੁੱਖ ਵੀ ਦਵੇਂ ਤਾਂ ਵੀ ਤੇਰੇ ਨਾਲ ਜੁੜੇ ਰਹੀਏ। ਕਹਿਣਾ ਸੌਖਾ, ਜੇ ਕਰਕੇ ਵਿਖਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਜੇ ਭੁੱਖ ਦੇਹ ਤਾਂ ਇਤ ਹੀ ਰਾਜਾ। ਗੁਰਮੁਖੋ, ਆ ਜਿਹੜੇ ਯੋਧੇ 1.25 ਲੱਖ ਦੇ ਨਾਲ ਲੜਦੇ ਪਏ ਆ, ਧਿਆਨ ਦਿਓ, 8 ਮਹੀਨਿਆਂ ਤੋਂ ਘੇਰੇ ਦੇ ਵਿੱਚ ਨੇ। 8 ਮਹੀਨਿਆਂ ਤੋਂ ਸਰੀਰ ਕਰਕੇ ਤੇ ਕਮਜ਼ੋਰ ਹੋ ਗਏ ਹਨ। ਕਿਉਂਕਿ ਭਾਈ ਜੇ 4-5 ਦਿਨ ਕਿਤੇ ਪ੍ਰਸ਼ਾਦਾ ਛੁੱਟ ਜਾਵੇ ਨਾ, ਕੋਈ ਰੋਗ ਐਸਾ ਲੱਗ ਜਾਵੇ ਤੇ ਸਰੀਰ ਐ ਕਰੀ ਢਲ ਜਿਹਾ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ। ਪਰ ਇਹਨਾਂ ਗੁਰੂ ਪਿਆਰਿਆਂ ਨੂੰ ਤੇ 8 ਮਹੀਨਿਆਂ ਦਾ ਘੇਰਾ ਪਿਆ ਸੀ। ਹੋ ਸਕਦਾ 3 ਮਹੀਨਿਆਂ ਦਾ 4 ਦਾ ਰਾਸ਼ਨ ਹੋਵੇ, ਮੁੱਕ ਗਿਆ ਸੀ ਭਾਈ। ਪ੍ਰਸ਼ਾਦੀ ਹਾਥੀ ਵਰਗੇ ਜਿਹੜੇ ਚੌਰ ਕਰਦੇ ਸਨ ਕਲਗੀਧਰ ਪਾਤਸ਼ਾਹ ਜੀ ਦੇ ਉੱਤੇ, ਉਹ ਵੀ ਭੁੱਖ ਦੇ ਨਾਲ ਸਮਾਪਤ ਹੋ ਗਏ ਸਨ। ਕਲਗੀਧਰ ਪਾਤਸ਼ਾਹ ਜੀ ਦੇ ਸੋਹਣੇ ਘੋੜੇ। ਸਤ ਸੰਗਤ ਜੀ, ਸਤਿਗੁਰੂ ਜੀ ਦੇ ਦਰਸ਼ਨ ਤਾਂ ਸਹਾਰਨੇ, ਇਹ ਕੋਈ ਸੌਖੀ ਗੱਲ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘੋੜਿਆਂ ਦੇ ਦਰਸ਼ਨ ਹੀ ਦਗ ਦਗ ਕਰ ਦਿੰਦੇ ਸਨ। ਭੁੱਖ ਦੇ ਕਰਕੇ ਉਹ ਵੀ ਸਰੀਰ ਛੱਡ ਗਏ। ਆਹ ਜਿਹੜੇ ਗੁਰੂ ਦੇ ਪਿਆਰੇ 1.25 ਲੱਖ ਦੇ ਨਾਲ ਜੂਝਦੇ ਹਨ, ਇਹ ਬਿਲਕੁਲ ਇਹਨਾਂ ਦੇ ਸਰੀਰ ਕਮਜ਼ੋਰ ਹੋਏ ਹਨ। ਠੰਡ ਦੇ ਦਿਨ ਭਾਈ ਨੰਗੇ ਪੈਰੀਂ ਕਿਤੇ ਤੁਰ ਕੇ ਵੇਖੀਏ ਥੋੜਾ ਜਿਹਾ, ਐ ਪੈਰ ਸੁੰਨ ਹੋ ਜਾਂਦੇ ਭਾਈ, ਪੈਰ ਸੁੰਨ ਹੋ ਜਾਂਦੇ ਹਨ। ਤੇ ਇਹ ਤਾਂ ਗੁਰੂ ਦੇ ਪਿਆਰੇ ਉੱਤੇ ਮੀਂਹ ਵੀ ਪੈ ਰਿਹਾ ਹੈ, ਪਰ ਤਾਂ ਵੀ ਗੁਰੂ ਦੀ ਸੇਵਾ ਦੇ ਵਿੱਚ ਵਿਚਰਦੇ ਹਨ। ਗੁਰੂ ਦੀ ਸੇਵਾ ਦੇ ਵਿੱਚ ਵਿਚਰਦੇ ਹਨ। ਸਤ ਸੰਗਤ ਜੀ, ਵੇਖੋ ਇਤਿਹਾਸ ਆਪਾਂ ਕਿਉਂ ਨਵਾਂ ਕਰਦੇ ਹਾਂ, ਹੈ ਹੀ ਨਵਾਂ। ਜਦੋਂ ਵੀ ਗੁਰੂ ਦੀ ਗੱਲ ਹੁੰਦੀ ਆ ਨਾ, ਇੰਝ ਲੱਗਦਾ ਜਿਵੇਂ ਹੋਣੀ ਹੋ ਰਹੀ ਹੈ। ਜਦੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ ਨਾ, ਇੰਝ ਲੱਗਦਾ ਸਾਡੇ ਸਾਹਮਣੇ ਬੈਠੇ ਹੋਏ ਹਨ, ਸਾਡੇ ਕੋਲ ਹੀ ਬੈਠੇ ਹੋਏ ਹਨ। ਤੇ ਯਾਦ ਕਰਦੇ ਹਾਂ ਕਿਉਂ? ਕਿਉਂਕਿ ਸਾਡੀ ਨਿਭ ਜਾਵੇ। ਯਾਦ ਕਰਦੇ ਹਾਂ ਕਿਉਂ? ਕਿਉਂਕਿ ਉਹ ਗੁਣ ਸਾਡੇ ਵਿੱਚ ਵੀ ਆ ਜਾਣ। ਵੇਖੋ, ਇਹ ਨਹੀਂ ਕਿ ਇਹਨਾਂ ਦਿਨਾਂ ਦੇ ਵਿੱਚ ਪ੍ਰਸ਼ਾਦਾ ਨਹੀਂ ਛਕਣਾ, ਕਿਉਂਕਿ ਦਿੱਤਾ ਹੈ ਦਾਤੇ ਨੇ ਤੇ ਛਕਣਾ ਹੈ। ਇਹ ਨਹੀਂ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਗਰਮ ਕੱਪੜਾ ਨਹੀਂ ਉੱਤੇ ਲੈਣਾ, ਰਜ਼ਾਈ ਨਹੀਂ ਉੱਤੇ ਲੈਣੀ। ਲਓ ਭਾਈ, ਪਰ ਪ੍ਰਸ਼ਾਦਾ ਛਕਣ ਲੱਗਿਆਂ ਸੋਚੋ ਜ਼ਰੂਰ ਕਿ ਅੱਜ ਦੇ ਦਿਨ ਸਾਡੇ ਭਰਾਵਾਂ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੱਚਿਆਂ ਨੇ ਕੀ ਪ੍ਰਸ਼ਾਦਾ ਛਕਿਆ ਹੋਵੇਗਾ? ਸਾਡੀ ਬਜ਼ੁਰਗ ਮਾਤਾ ਨੇ ਕੀ ਪ੍ਰਸ਼ਾਦਾ ਛਕਿਆ ਹੋਵੇਗਾ? ਉਹ ਗੁਰੂ ਦਾ ਸਿੱਖਾ ਛਕ ਜ਼ਰੂਰ, ਪਰ ਛਕਣ ਲੱਗਿਆਂ ਸ਼ੁਕਰਾਨਾ ਜ਼ਰੂਰ ਕਰ ਦਿਆ ਕਰ। ਗਰਮ ਕੱਪੜੇ ਲੈ ਉੱਤੇ, ਰਜਾਈਆਂ ਲੈ, ਕੰਬਲ ਲੈ, ਨਿੱਘ ਲੈ ਭਾਵੇਂ ਹੀਟਰਾਂ ਦੇ, ਪਰ ਇਹਨਾਂ ਸੁੱਖਾਂ ਦੇ ਵਿੱਚ ਸ਼ੁਕਰਾਨਾ ਜ਼ਰੂਰ ਕਰ ਦਿਆ ਕਰ। ਇਹ ਐਵੇਂ ਨਹੀਂ ਮਿਲੇ, ਇਹਨਾਂ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੜਾ ਕੁਝ ਸਹਾਰਨਾ ਪਿਆ ਹੈ। ਇਹ ਐਵੇਂ ਨਹੀਂ ਜੇ ਮਿਲੇ। ਸਤ ਸੰਗਤ ਜੀ, ਸ਼ੁਕਰਾਨਾ ਕਰ ਦਿਆ ਕਰੀਏ, ਕਿਉਂਕਿ ਮਹਿਸੂਸ ਕਰਦੇ ਹਾਂ ਤੇ ਸਾਡਾ ਮਨ ਦਰਵਦਾ ਹੈ, ਸਾਡਾ ਮਨ ਪਿਘਲਦਾ ਹੈ, ਸਾਡਾ ਮਨ ਦਰਵਿਆ ਜਾਵੇ, ਮਨ ਮੁੜ ਜਾਂਦਾ ਹੈ। ਸਤ ਸੰਗਤ ਜੀ, ਆਪਾਂ ਗੁਰੂ ਦੇ ਨਾਲ ਜੁੜ ਜਾਈਏ ਮਨ ਕਰਕੇ। ਆਪਣਾ ਸੰਬੰਧ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਹੋਵੇ ਮਨ ਕਰਕੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆ ਰਹੇ ਹਨ, ਸਤਿਗੁਰੂ ਜੀ ਦਾ ਪਰਿਵਾਰ ਆ ਰਿਹਾ ਹੈ, ਸਤਿਗੁਰੂ ਜੀ ਦੇ ਸਾਹਿਬਜ਼ਾਦੇ ਆ ਰਹੇ ਹਨ, ਤੇ ਜ਼ਾਲਮਾਂ ਨੇ ਸਾਰੇ ਪਾਸਿਓਂ ਹਮਲਾ ਕਰ ਦਿੱਤਾ। ਸਾਰੇ ਪਾਸਿਓਂ ਪਹਾੜੀ ਰਾਜੇ ਵੀ ਆ ਗਏ, ਮੁਗਲ ਵੀ ਆ ਗਏ, ਸਾਰੇ ਆ ਗਏ। ਸਤ ਸੰਗਤ ਜੀ, ਹਮਲਾ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦੂਰ ਦ੍ਰਿਸ਼ਟੀ ਅੰਦੇਸ਼ੀ ਨੇ ਪਹਿਲਾਂ ਹੀ ਭਾਈ ਸੂਰਮਿਆਂ ਨੂੰ ਤਿਆਰ ਕੀਤਾ ਹੋਇਆ ਸੀ।
50 ਸਿੰਘ ਲੈ ਕੇ ਬਾਬਾ ਜੈਤਾ ਜੀ ਜੂਝ ਰਹੇ ਸਨ। 100 ਸਿੰਘ ਲੈ ਕੇ ਭਾਈ ਬਚਿੱਤਰ ਸਿੰਘ ਜੀ ਜੂਝ ਰਹੇ ਸਨ। ਤੇ ਪਿਛਲੇ ਪਾਸੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਜੂਝ ਰਹੇ ਸਨ ਵੈਰੀਆਂ ਦੇ ਨਾਲ। ਅਗਲੇ ਪਾਸੇ ਸਤ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਮਨੀ ਸਿੰਘ ਜੀ ਜੂਝ ਰਹੇ ਸਨ। ਇਹ ਯੁੱਧ ਕਰਦੇ ਕਰਦੇ ਆਏ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਬਾਹਰ। ਜੰਗ ਕਰਦੇ ਕਰਦੇ ਆਏ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਬਾਹਰ। ਜਦੋਂ ਸਮਾਂ ਹੌਲੀ ਹੌਲੀ ਬਤੀਤ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰਸਾ ਦੇ ਕੋਲ ਆ ਪੁੱਜੇ ਹਨ। ਸਤਿਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਸਰਸਾ ਦੇ ਕੋਲ ਆ ਗਈਆਂ ਹਨ। ਸਤਿਗੁਰੂ ਜੀ ਦਾ ਪਰਿਵਾਰ ਸਰਸਾ ਦੇ ਕੋਲ ਆ ਗਿਆ ਹੈ। ਸਤ ਸੰਗਤ ਜੀ ਭਾਈ ਉਦੇ ਸਿੰਘ ਜੀ ਨੇ ਸੋਚਿਆ ਕਿ ਬਾਬਾ ਅਜੀਤ ਸਿੰਘ ਸਾਹਿਬ ਜੀ ਇੱਥੇ ਦੁਸ਼ਮਣਾਂ ਦੇ ਨਾਲ ਜੂਝ ਰਹੇ ਹਨ। ਗਿਣਤੀ ਬਹੁਤ ਜ਼ਿਆਦਾ ਹੈ ਦੁਸ਼ਮਣਾਂ ਦੀ, ਗਿਣਤੀ ਬਹੁਤ ਜ਼ਿਆਦਾ ਹੈ। ਇਹਨਾਂ ਤੇ ਮੈਦਾਨ ਛੱਡ ਕੇ ਉੱਦਾਂ ਨਹੀਂ ਜਾਣਾ, ਕਿਉਂ ਨਾ ਮੈਂ ਕੋਈ ਜੁਗਤੀ ਵਰਤਾਵਾਂ। ਭਾਈ ਉਦੇ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਸਾਡੇ ਕੋਲ ਭੇਜਿਆ ਜਾਵੇ। ਅੱਗੇ ਵੀ ਦੁਸ਼ਮਣਾਂ ਨੇ ਹਮਲਾ ਕੀਤਾ ਹੈ, ਉੱਥੇ ਆ ਕੇ ਦੁਸ਼ਮਣਾਂ ਦੇ ਨਾਲ ਮੁਕਾਬਲਾ ਕਰਨ। ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਹੁਕਮ ਨੂੰ ਸਿਰ ਪ੍ਰਵਾਨ ਮੱਥੇ ਤੇ ਮੰਨਿਆ ਤੇ ਆ ਕਰਕੇ ਸਤ ਸੰਗਤ ਜੀ ਅੱਗੇ ਫਿਰ ਜਿਹੜੇ ਦੁਸ਼ਮਣ ਸਨ ਉਹਨਾਂ ਦੇ ਨਾਲ ਜੂਝਦੇ ਹਨ। ਭਾਈ ਉਦੇ ਸਿੰਘ ਸਾਹਿਬ ਜੀ ਇੱਥੇ ਸ਼ਹੀਦ ਹੋ ਜਾਂਦੇ ਹਨ। ਸਾਈ ਟਿੱਬੀ ਦੇ ਉੱਤੇ ਸਤ ਸੰਗਤ ਜੀ ਜੋ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਦੁਆਰਾ ਲਿਖਿਆ ਪੜ੍ਹਦੇ ਹਾਂ, ਉਹ ਦੱਸਦੇ ਹਨ ਕਿ ਬਾਬਾ ਜੈਤਾ ਜੀ, ਬਾਬਾ ਜੀਵਨ ਸਿੰਘ ਸਾਹਿਬ ਜੀ ਵੀ ਇੱਥੇ ਹੀ ਸ਼ਹੀਦ ਹੁੰਦੇ ਹਨ। ਲਾਸਾਨੀ ਸ਼ਹਾਦਤਾਂ ਗੁਰਮੁਖੋ ਭਾਈ ਬਚਿੱਤਰ ਸਿੰਘ ਸਾਹਿਬ ਜੀ ਨੂੰ ਜਿਹੜਾ 100 ਸਿੰਘ ਦੇ ਕੇ ਭੇਜਿਆ ਸੀ, ਉਹ ਵੀ ਸਾਰੇ ਸ਼ਹੀਦ ਹੋ ਗਏ, ਉਹ ਵੀ ਸ਼ਹੀਦ ਹੋ ਗਏ। ਸਤ ਸੰਗਤ ਜੀ ਦਿਨ ਦਾ ਚੜਾ ਆਰੰਭ ਹੋਇਆ। ਕਲਗੀਧਰ ਪਾਤਸ਼ਾਹ ਜੀ ਸਰਸਾ ਦੇ ਕੰਢੇ ਤੇ ਪਹੁੰਚ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਿਆਰਿਆਂ ਨੂੰ ਕਹਿੰਦੇ, ਗੁਰਮੁਖੋ ਅੰਮ੍ਰਿਤ ਵੇਲਾ ਹੋਇਆ ਜੇ, ਅੰਮ੍ਰਿਤ ਵੇਲਾ। ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨ ਦਾ ਯਤਨ ਕਰੋ। ਅੰਮ੍ਰਿਤ ਵੇਲਾ ਹੋਇਆ ਜੇ ਪਿਆਰਿਓ, ਅੰਮ੍ਰਿਤ ਵੇਲਾ। ਸੱਚੇ ਪਾਤਸ਼ਾਹ ਤੇਰੇ ਪੁੱਤ ਉੱਥੇ ਜੰਗ 'ਚ ਜੂਝ ਰਹੇ ਹਨ, ਤੇਰੇ ਸਿੰਘ ਤੇ ਸ਼ਹੀਦੀਆਂ ਪਾ ਰਹੇ ਹਨ। ਉੱਥੇ ਨੇਜਿਆਂ ਦੀਆਂ, ਕਿਰਪਾਨਾਂ ਦੀਆਂ, ਤਲਵਾਰਾਂ ਦੀਆਂ ਆਵਾਜ਼ਾਂ ਆਉਂਦੀਆਂ, ਉੱਥੇ ਬਰੂਦ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ, ਪਰ ਤੂੰ ਅਜੇ ਵੀ ਕਹਿੰਦਾ ਨਿਤਨੇਮ ਕਰੋ। ਸਾਨੂੰ ਤੇ ਕਦੀ ਸੁੱਖ 'ਚ ਵੀ ਚੇਤਾ ਨਹੀਂ ਆਇਆ, ਸਾਨੂੰ ਤੇ ਕਦੀ ਸੁੱਖਾਂ ਦੇ ਵਿੱਚ ਵੀ ਚੇਤਾ ਨਹੀਂ ਆਇਆ, ਯਾਦ ਨਹੀਂ ਆਈ ਨਿਤਨੇਮ ਦੀ। ਸਾਡੇ ਤੇ ਆਪਣਿਆਂ ਨੇ ਸਾਨੂੰ ਕਹਿ ਕੇ ਕਹਿ ਦਿੱਤਾ ਕਿ ਭਾਈ ਜਦੋਂ ਉੱਠੋਗੇ ਉਦੋਂ ਹੀ ਅੰਮ੍ਰਿਤ ਵੇਲਾ ਹੁੰਦਾ ਹੈ, ਜਦੋਂ ਜਾਗੋ ਉਦੋਂ ਹੀ ਸਵੇਰ ਹੁੰਦੀ ਆ, ਕੀ ਲੋੜ ਹੈ ਅੰਮ੍ਰਿਤ ਵੇਲੇ ਉੱਠਣ ਦੀ। ਉਹ ਭਲਿਓ ਇਤਿਹਾਸ ਪੜ੍ਹਿਆ ਕਰੋ, ਇਤਿਹਾਸ ਕੀ ਲੋੜ ਹੈ ਤੁਹਾਨੂੰ, ਸਤਿਗੁਰੂ ਜੀ ਆਪ ਦੱਸਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਦਇਆ ਸਿੰਘ ਸਾਹਿਬ ਜੀ ਨੂੰ ਕਹਿਣ ਲੱਗੇ, ਦਇਆ ਸਿੰਘਾ ਅੱਜ ਆਪਣੇ ਕੋਲ ਉਹ ਸਾਜ ਤਾਂ ਨਹੀਂ, ਪਰ ਅੱਜ ਵੀ ਆਪਾਂ ਜੁੜੀਏ। ਅੱਜ ਆਸਾ ਜੀ ਦੀ ਵਾਰ ਦਾ ਗਾਇਨ ਮੈਂ ਆਪ ਕਰਾਂਗਾ ਆਪ। ਉਹ ਕਿਹੋ ਜਿਹਾ ਦ੍ਰਿਸ਼ ਹੋਵੇਗਾ ਭਾਈ, ਇਹ ਅਚਰਜ ਦ੍ਰਿਸ਼ ਹੈ ਸਤ ਸੰਗਤ ਜੀ। ਦੁਸ਼ਮਣਾਂ ਦੀਆਂ ਬੇਸ਼ੁਮਾਰ ਇੰਨੀਆਂ ਫੌਜਾਂ ਜਿਨ੍ਹਾਂ ਦਾ ਅੰਤ ਹੀ ਕੋਈ ਨਹੀਂ, ਪਿੱਛੋਂ ਉਹ ਕਤਲੇਆਮ ਕਰਦੀਆਂ, ਜੰਗ ਕਰਦੀਆਂ ਆ ਰਹੀਆਂ ਹਨ, ਪਰ ਸਤਿਗੁਰੂ ਜੀ ਕਹਿੰਦੇ ਭਾਈ ਨਿਤਨੇਮ ਕਰੋ। ਨਿਤਨੇਮ ਦੀਆਂ ਬਾਣੀਆਂ ਪੜ੍ਹੀਆਂ ਗਈਆਂ, ਆਸਾ ਜੀ ਦੀ ਵਾਰ ਪੜ੍ਹੀ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ, ਆਪ ਅਰਦਾਸ ਬੇਨਤੀ ਕੀਤੀ। ਸਤ ਸੰਗਤ ਜੀ ਹੁਕਮ ਹੋਇਆ ਕਿ ਸਰਸਾ ਨੂੰ ਪਾਰ ਕੀਤਾ ਜਾਵੇ। ਗੁਰੂ ਦੀਆਂ ਪਿਆਰੀਆਂ ਸੰਗਤਾਂ, ਸਤਿਗੁਰੂ ਜੀ ਦਾ ਪਰਿਵਾਰ, ਸਤਿਗੁਰੂ ਜੀ ਆਪ ਸਰਸਾ ਨੂੰ ਪਾਰ ਕਰਦੇ ਹਨ। ਸਤ ਸੰਗਤ ਜੀ ਇਤਿਹਾਸ ਦੱਸਦਾ ਹੈ ਕਿ ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਆਏ ਸਨ, ਕਿਲੇ ਨੂੰ ਛੱਡਿਆ ਸੀ, ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਸਤਿਗੁਰੂ ਜੀ ਦੇ ਸਿੱਖਾਂ ਦੀ, ਸੇਵਕਾਂ ਦੀ ਗਿਣਤੀ 500 ਤੱਕ ਸੀ।
ਇੱਥੋਂ ਤੱਕ ਆਉਂਦਿਆਂ ਆਉਂਦਿਆਂ ਜਿਵੇਂ ਕਿ ਆਪਾਂ ਪੜ੍ਹਿਆ ਹੈ, ਸੁਣਿਆ ਹੈ ਕਿ ਭਾਈ ਬਚਿੱਤਰ ਸਿੰਘ ਸਾਹਿਬ ਜੀ ਦੇ ਨਾਲ 100 ਗੁਰੂ ਦਾ ਪਿਆਰਾ ਸ਼ਹੀਦ ਹੋਇਆ ਇੱਥੇ ਹੀ ਸਰਸਾ ਦੇ ਲਾਗੇ ਮਲਕਪੁਰ ਰੰਗੜਾ ਦੇ ਵਿੱਚ ਉਹ ਜੂਝ ਰਹੇ ਸਨ। ਬਾਬਾ ਜੈਤਾ ਜੀ ਦੇ ਨਾਲ 50 ਸਿੰਘ ਸ਼ਹੀਦ ਹੋਏ ਹਨ। ਭਾਈ ਉਦੇ ਸਿੰਘ ਸਾਹਿਬ ਜੀ ਦੇ ਨਾਲ ਜੂਝਦੇ ਹੋਏ, ਉਹਨਾਂ ਦਾ ਸਾਥ ਦੇ ਕੇ ਮੁਗਲਾਂ ਦੇ ਨਾਲ ਜੂਝਦੇ ਹੋਏ ਸਿੰਘ ਸ਼ਹੀਦ ਹੋਏ। ਚਲੋ ਜੇ ਮੰਨ ਵੀ ਲਈਏ ਸਤ ਸੰਗਤ ਜੀ, ਕੁੱਲ ਮਿਲਾ ਕੇ 200-250 ਕਰੀਬ ਦੇ ਸਿੰਘ ਇੱਥੇ ਸ਼ਹੀਦ ਹੋਏ, ਪਰ ਸਤਿਗੁਰੂ ਜੀ ਨੇ ਤਾਂ ਵੀ ਬਾਣੀ ਪੜ੍ਹੀ, ਨਿਤਨੇਮ ਕੀਤਾ ਸਾਨੂੰ ਸਿਖਾਉਣ ਦੇ ਲਈ ਕਿ ਗੁਰਮੁਖੋ ਸਭ ਕੁਝ ਚਲਿਆ ਜਾਵੇ, ਘਰ ਚਲਿਆ ਜਾਵੇ ਕੋਈ ਗੱਲ ਨਹੀਂ, ਪਰਿਵਾਰ ਚਲਿਆ ਜਾਵੇ ਕੋਈ ਗੱਲ ਨਹੀਂ, ਪ੍ਰਸ਼ਾਦਾ ਪਾਣੀ ਨਾ ਮਿਲੇ ਕੋਈ ਗੱਲ ਨਹੀਂ ਭਾਈ, ਪਰ ਗੁਰੂ ਦਾ ਸਿੱਖਾ ਯਾਦ ਰੱਖੀ, ਤੈਨੂੰ ਬਾਣੀ ਜ਼ਰੂਰ ਮਿਲਣੀ ਚਾਹੀਦੀ ਹੈ, ਤੈਨੂੰ ਨਾਮ ਜ਼ਰੂਰ ਮਿਲਣਾ ਚਾਹੀਦਾ, ਇਹਦੇ ਤੋਂ ਬਿਨਾਂ ਨਾ ਜੀਵਨ ਬਤੀਤ ਕਰੀ। ਜੇ ਨਾਮ ਨਹੀਂ ਹੋ ਤੇ ਘਰਾਂ ਦੇ ਵਿੱਚ ਰਹਿੰਦਿਆਂ ਹੋਇਆਂ, ਸੁੱਖਾਂ ਸਹੂਲਤਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਤੇਰਾ ਕਹਿ ਲੋ ਕਿ ਕਿਸੇ ਕੰਮ ਦਾ ਨਹੀਂ ਸੁੱਖ ਜੇ ਤੇਰੇ ਕੋਲ ਨਾਮ ਨਹੀਂ ਤੇ, ਜੇ ਤੇਰੇ ਕੋਲ ਬਾਣੀ ਨਹੀਂ ਤੇ। ਜੇ ਬਾਣੀ ਖੁੱਸ ਗਈ, ਨਾਮ ਖੁੱਸ ਗਿਆ ਤੇ ਤੇਰਾ ਜੀਵਨ ਹੀ ਖੁੱਸ ਗਿਆ ਭਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤ ਸੰਗਤ ਜੀ ਹੁਕਮ ਕੀਤਾ ਕਿ ਹੁਣ ਸਰਸਾ ਨੂੰ ਪਾਰ ਕੀਤਾ ਜਾਵੇ। 250 ਕਰੀਬ ਦੇ ਸਿੰਘ ਸ਼ਹੀਦ ਹੋ ਗਏ ਸਨ, ਜਿਹੜੇ ਗੁਰੂ ਦੇ ਪਿਆਰੇ। ਸਤ ਸੰਗਤ ਜੀ ਪਹਿਲਾਂ ਵੀ ਬੇਨਤੀ ਕੀਤੀ ਕਿ 8 ਮਹੀਨਿਆਂ ਦਾ ਘੇਰਾ, ਇਹ ਸਰੀਰ ਰੂਪ ਦੇ ਕਰਕੇ ਏਡੇ ਤਕੜੇ ਨਹੀਂ, ਪਰ ਮਨ ਤਕੜੇ ਸੀ, ਇਹਨਾਂ ਦੇ ਜਿਗਰੇ ਤਕੜੇ ਸਨ, ਇਹ ਅੰਦਰੋਂ ਤਕੜੇ ਸਨ, ਇਹ ਅੰਦਰੋਂ ਨਹੀਂ ਡੋਲੇ, ਇਹਨਾਂ ਦੀਆਂ ਅਵਸਥਾਵਾਂ ਨਹੀਂ ਡੋਲੀਆਂ। ਸਰੀਰ ਤੇ ਭਾਵੇਂ ਕਮਜ਼ੋਰ ਸੀ, ਪਰ ਤਾਂ ਵੀ 1.25 ਲੱਖ ਦੇ ਨਾਲ ਜੂਝਦੇ ਰਹੇ। ਆਪਾਂ ਅੱਗੇ ਜਾ ਕੇ ਵੇਖਾਂਗੇ ਕਿ ਜਦੋਂ ਭਾਈ ਡੱਲੇ ਨੇ ਵੇਖੇ ਸੀ ਨਾ ਗੁਰੂ ਦੇ ਸਿੰਘ, ਤੇ ਕਹਿੰਦਾ ਸੱਚੇ ਪਾਤਸ਼ਾਹ ਆ ਕਮਜ਼ੋਰ ਜੇ ਸਰੀਰਾਂ ਵਾਲੇ ਸਿੰਘ ਤੂੰ ਨਾਲ ਲਈ ਫਿਰਦਾ ਸਾਂ, ਕਿਤੇ ਮੈਨੂੰ ਦੱਸ ਦੂੰ ਮੇਰੇ ਕੋਲ 500 ਸਿਪਾਹੀ ਸੀ, ਮੈਂ ਲੈ ਕੇ ਆਉਂਦਾ ਤੇ ਇਹ ਵੀ ਜੰਗ ਦੇ ਵਿੱਚ ਜੂਝਦੇ। ਜੇ ਇਹ ਜੂਝਦੇ ਤੇ ਇਦਾਂ ਨਹੀਂ ਸੀ ਹੋਣਾ। ਫਿਰ ਸਤਿਗੁਰੂ ਜੀ ਨੇ ਪਰਚਾ ਪਾ ਦਿੱਤਾ ਤੇ ਕੋਈ ਨਹੀਂ ਸੀ ਨਿਤਰਿਆ। ਇਹ ਪ੍ਰੇਮ ਵਾਲੇ ਨਿਤਰਦੇ ਨੇ ਭਾਈ, ਜਿਨ੍ਹਾਂ ਦੇ ਕੋਲ ਪ੍ਰੇਮ ਉਹੀ ਨਿਤਰਦੇ ਨੇ, ਜਿਨ੍ਹਾਂ ਦੇ ਕੋਲ ਸ਼ਰਧਾ ਹੈ ਉਹੀ ਸ਼ਹਾਦਤਾਂ ਦੇ ਜਾਮ ਪੀਂਦੇ ਹਨ। ਸਰਸਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋਇਆ ਹੈ, ਪਰਿਵਾਰ ਸਮੇਤ, ਸਿੱਖਾਂ ਸਮੇਤ, ਕੀਮਤੀ ਇਤਿਹਾਸ ਸਮੇਤ, ਕੀਮਤੀ ਗ੍ਰੰਥਾਂ ਸਮੇਤ ਸਤ ਸੰਗਤ ਜੀ ਸਰਸਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਰਹੇ ਹਨ। ਸਰਸਾ ਦੇ ਵਿੱਚ ਤੇ ਸਰਸਾ ਹੋਰ ਚੜ ਰਹੀ ਹੈ, ਸਰਸਾ ਦਾ ਪਾਣੀ ਦਾ ਵਹਾਅ ਹੋਰ ਤੇਜ਼ ਹੋ ਰਿਹਾ ਹੈ। ਕਿਸੇ ਕਵੀ ਨੇ ਕਿਹਾ, ਚੱਲੀਏ ਕਿਤੇ ਤੂੰ ਹੀ ਅਕਲ ਕਰ ਲੈਂਦੀ, ਕਿਤੇ ਤੂੰ ਹੀ ਸ਼ਾਂਤ ਹੋ ਜਾਂਦੀ। ਤੇ ਸਰਸਾ ਨੇ ਜਵਾਬ ਦਿੱਤਾ ਸੀ ਕਿ ਮੇਰੇ ਸਾਈਂ ਨੇ ਮੇਰੇ ਕੋਲ ਆਉਣਾ ਸੀ ਤੇ ਮੈਂ ਕਿਉਂ ਨਾ ਬਾਹਾਂ ਪਸਾਰ ਕੇ ਮਿਲਦੀ, ਮੇਰੇ ਮਾਲਕ ਨੇ ਮੇਰੇ ਵਿੱਚ ਚਰਨ ਪਾਉਣੇ ਸੀ ਤੇ ਮੈਂ ਕਿਉਂ ਨਾ ਬਾਹਾਂ ਪਸਾਰ ਕੇ ਮਿਲਦੀ। ਸਤ ਸੰਗਤ ਜੀ ਇੰਨਾ ਤੇਜ਼ ਵਹਾਅ ਸੀ ਜਲ ਦਾ। ਜਲ ਤਾਂ ਹੈ ਕਿ ਕਲਗੀਧਰ ਪਾਤਸ਼ਾਹ ਜੀ ਨੇ ਚਰਨ ਪਾ ਦਿੱਤੇ, ਇੰਨਾ ਤੇਜ਼ ਹੈ ਪਾਣੀ। ਸਤ ਸੰਗਤ ਜੀ ਇਤਿਹਾਸ ਦੱਸਦਾ ਹੈ ਕਿ ਕੇਵਲ ਜਦੋਂ ਪਾਰ ਹੋਇਆ ਨਾ ਤੇ ਕੇਵਲ 40 ਕੁ ਸਿੰਘ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਨ, ਭਾਈ ਮਨੀ ਸਿੰਘ ਸਾਹਿਬ ਜੀ ਮਾਤਾਵਾਂ ਦੇ ਨਾਲ ਸਨ। ਕਹਿਣ ਤੋਂ ਭਾਵ ਕਿ 100 ਤੋਂ ਉੱਪਰ ਇੱਥੇ ਸਿੰਘ ਜਲ ਪ੍ਰਵਾਹੀ ਹੋ ਗਏ, ਇੱਥੇ ਸ਼ਹਾਦਾਂ ਦਾ ਜਾਮ ਪੀ ਗਏ, ਇੱਥੇ ਜਲ ਪ੍ਰਵਾਹ ਹੋ ਗਏ। ਇੱਥੇ ਕੀਮਤੀ ਇਤਿਹਾਸ, ਕੀਮਤੀ ਸਾਹਿਤ ਵੀ ਜਲ ਪ੍ਰਵਾਹ ਹੋਇਆ ਹੈ ਇਹ ਸਰਸਾ ਦੀ ਲਪੇਟ ਦੇ ਵਿੱਚ। ਸਤ ਸੰਗਤ ਜੀ ਇਸ ਸਰਸਾ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਕਰ ਦਿੱਤਾ। 3 ਹਿੱਸਿਆਂ ਦੇ ਵਿੱਚ ਅੱਜ ਤੱਕ ਜਿੱਥੇ ਸਤ ਸੰਗਤ ਜੀ ਭਰਾ ਨੂੰ ਭਰਾ ਵੇਖਦਾ ਸੀ ਨਾ, ਹੁਣ ਜੋੜੀਆਂ ਦੇ ਵਿੱਚ ਹੋ ਗਏ। ਅੱਜ ਤੋਂ ਅੱਗੇ ਇੱਕ ਦੂਜੇ ਨੂੰ ਨਹੀਂ ਮਿਲਣਗੇ।
ਅੱਜ ਤੱਕ ਜਿੱਥੇ ਕਲਗੀਧਰ ਪਾਤਸ਼ਾਹ ਜੀ ਮਾਤਾ ਗੁਜਰ ਕੌਰ ਜੀ ਦੇ ਨਾਲ ਸਨ, ਹੁਣ ਵਿਛੋੜਾ ਪੈ ਗਿਆ ਹੈ। ਅੱਜ ਤੋਂ ਅੱਗੇ ਮਾਂ ਦੇ ਦਰਸ਼ਨ ਨਹੀਂ ਹੋਣੇ, ਅੱਜ ਤੋਂ ਅੱਗੇ ਨਹੀਂ ਮਿਲਿਆ ਜਾਣਾ। ਇਹ ਐਸਾ ਵਿਛੋੜਾ ਪਿਆ ਹੈ। ਮਾਤਾਵਾਂ ਭਾਈ ਮਨੀ ਸਿੰਘ ਸਾਹਿਬ ਜੀ ਦੇ ਨਾਲ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਸਾਹਿਬ ਜੀ ਦੇ ਨਾਲ ਦਿੱਲੀ ਵਾਲੇ ਪਾਸੇ ਨੂੰ ਤੁਰ ਪਏ ਹਨ। ਧੰਨ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬ ਜੀ, ਸਾਹਿਬਜ਼ਾਦਾ ਫਤਿਹ ਸਿੰਘ ਸਾਹਿਬ ਜੀ, ਇਹ ਮਾਤਾ ਗੁਜਰ ਕੌਰ ਜੀ ਦੇ ਨਾਲ ਕੁੰਮੇ ਮਾਸ਼ਕੀ ਦੀ ਝੁੱਗੀ ਵੱਲ ਨੂੰ ਤੁਰਦੇ ਹਨ। ਜੰਗਲ ਦਾ ਰਸਤਾ ਹੈ ਸਤਸੰਗਤ ਜੀ, ਜੰਗਲ ਦਾ। ਏਡੀਆਂ ਸਾਫ ਸੜਕਾਂ ਨਹੀਂ ਸੀ ਹੋਇਆ ਕਰਦੀਆਂ ਅੱਜ ਇੰਨਾ ਸੁੱਖ ਸਾਨੂੰ ਮਿਲਿਆ ਗੁਰੂ ਘਰ ਆਉਣ ਦੇ ਲਈ। ਅੱਜ ਜਿੰਨੇ ਸਾਫ ਰਸਤੇ ਸਾਡੇ ਲਈ ਬਣ ਗਏ ਗੁਰੂ ਘਰ ਆਉਣ ਦੇ ਲਈ, ਅਸੀਂ ਤਾਂ ਵੀ ਨਹੀਂ ਆਉਂਦੇ। ਉਹ ਜੰਗਲਾਂ ਦੇ ਰਸਤੇ, ਉਹਨਾਂ ਰਸਤਿਆਂ ਦੇ ਵਿੱਚ ਕੰਡੇ ਵੀ ਹੋਣਗੇ, ਉਹਨਾਂ ਰਸਤਿਆਂ ਦੇ ਵਿੱਚ ਜਾਨਵਰ ਵੀ ਹੋਣਗੇ, ਉਹਨਾਂ ਰਸਤਿਆਂ ਦੇ ਵਿੱਚ ਠੰਡ ਵੀ ਬੇਅੰਤ ਸੀ। ਛੋਟੇ ਛੋਟੇ ਹੱਥ ਸਤਿਗੁਰੂ ਸਾਹਿਬਜ਼ਾਦਿਆਂ ਦੇ ਜਦੋਂ ਠੰਡ ਦੇ ਨਾਲ ਨੀਲੇ ਹੋ ਗਏ ਹੋਣਗੇ ਨਾ, ਉਹ ਮਾਂ ਬਜ਼ੁਰਗ ਆਪਣੇ ਹੱਥਾਂ 'ਚ ਲੈ ਕੇ ਉਹ ਫੂਕਾਂ ਮਾਰ ਮਾਰ ਕੇ ਨਿੱਘੇ ਕਰਦੀ ਹੋਵੇਗੀ। ਉਹ ਠੰਡ ਦੇ ਨਾਲ ਉਹਨਾਂ ਦੇ ਸਤਸੰਗਤ ਜੀ ਚਿਹਰੇ ਨੀਲੇ ਪਏ ਹੋਣਗੇ, ਇੰਨੀ ਠੰਡ ਸੀ। ਗੁਰਮੁਖਾ ਮਹਿਸੂਸ ਕਰਿਆ ਕਰ, ਮਹਿਸੂਸ ਕਰਿਆ ਕਰਕੇ ਤੂੰ ਅੰਦਰੋਂ ਜੁੜੇ ਗੁਰੂ ਦੇ ਨਾਲ। ਇਹ ਸਤਿਗੁਰੂ ਜੀ ਦਾ ਜੋ ਬਖਸ਼ਿਸ਼ਾਂ ਕੀਤੀਆਂ, ਬਖਸ਼ਿਸ਼ਾਂ ਹੀ ਕਵਾਂਗੇ। ਕਿਉਂ ਸਤਸੰਗਤ ਜੀ? ਕਿਉਂਕਿ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਜੇ ਜਿਉਏ ਹਨ ਤੇ ਉਹਨਾਂ ਨੂੰ ਜਿਵਾਇਆ ਕਲਗੀਧਰ ਪਾਤਸ਼ਾਹ ਜੀ ਨੇ। ਜਿਨ੍ਹਾਂ ਨੂੰ ਕੰਨੂ ਫੜ ਕੇ ਜਿੱਧਰ ਮਰਜ਼ੀ ਲੈ ਜਾਂਦੇ ਸਨ, ਉਹ ਭਾਈ ਜੇ ਅੱਗੋਂ ਆਪਣੇ ਹੱਕਾਂ ਦੇ ਲਈ, ਆਪਣੇ ਪਰਿਵਾਰ ਦੇ ਲਈ ਲੜਦਾ ਹੈ, ਖਲੋਂਦਾ ਹੈ, ਜੁਰਤ ਰੱਖਦਾ ਹੈ ਕੁਝ ਕਹਿਣ ਦੀ, ਤੇ ਉਹਦੇ 'ਚ ਸਪਿਰਿਟ ਭਰੀ ਕਲਗੀਧਰ ਪਾਤਸ਼ਾਹ ਜੀ ਨੇ। ਅੱਜ ਵੀ ਵੇਖ ਲਓ ਸਤਸੰਗਤ ਜੀ, ਆ ਦਿੱਲੀ ਧਰਨਾ ਚੱਲ ਰਿਹਾ ਹੈ ਨਾ, ਉੱਥੇ ਕਿਸੇ ਗੁਰੂ ਦੇ ਪਿਆਰੇ ਨੂੰ ਪੁੱਛੀਏ ਨਾ, ਭਾਈ ਠੰਡ ਬੜੀ ਆ, ਤੇ ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਹੈ ਕਿ ਕੋਈ ਗੱਲ ਨਹੀਂ, ਇਸ ਮਹੀਨੇ ਦੇ ਵਿੱਚ ਕਲਗੀਧਰ ਪੁੱਤਰਾਂ ਨੇ ਵੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਸ਼ੰਦਾਂ ਨੇ ਵੀ ਠੰਡ ਸਹੀ ਸੀ। ਜੇ ਕਿਸੇ ਬਜ਼ੁਰਗ ਨੂੰ ਪੁੱਛੀਏ ਨਾ ਕਿ ਤੁਸੀਂ ਬਜ਼ੁਰਗ ਹੋ ਗਏ ਹੋ, ਠੰਡ ਬੜੀ ਹੈ, ਤੇ ਉਹਨਾਂ ਦਾ ਵੀ ਜਵਾਬ ਹੁੰਦਾ ਹੈ ਕਿ ਮਾਤਾ ਗੁਜਰ ਕੌਰ ਜੀ ਵੀ ਬਜ਼ੁਰਗ ਸਨ, ਪਰ ਉਹ ਵੀ ਤਾਂ ਠੰਡੇ ਬੁਰਜ ਦੇ ਵਿੱਚ ਬੈਠੇ ਸਨ। ਕਹਿਣ ਤੋਂ ਭਾਵ ਕਿ ਇਹ ਸਪਿਰਿਟ, ਇਹ ਜੋਸ਼, ਇਹਦਾ ਜੇ ਜਜ਼ਬਾ ਭਰਿਆ ਤੇ ਕੇਵਲ ਕਲਗੀਧਰ ਪਾਤਸ਼ਾਹ ਜੀ ਨੇ ਭਰਿਆ। ਇਹ ਸਾਡੀ ਜ਼ਮੀਰ ਜਗਾਉਣ ਦੇ ਲਈ ਕੌਤਕ ਵਰਤਾਏ ਸਤਿਗੁਰਾਂ ਜੀ ਨੇ। ਇਹ ਕੌਤਕ ਸਾਡੀ ਜ਼ਮੀਰ ਨੂੰ ਜਗਾਉਣ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਤਾਏ ਹਨ। ਜਦੋਂ ਸਰਸਾ ਪਾਰ ਕੀਤੀ ਹੈ ਤੇ ਸਤ ਸੰਗਤ ਜੀ, ਇਹ ਠੰਡਾ ਪਾਣੀ, ਠੰਡਾ ਕਿੰਨਾ ਕੁ ਠੰਡਾ ਹੈ। ਆਪਾਂ ਗੁਰੂ ਘਰ ਆਏ ਆ ਨਾ, ਟੂਟੀ ਦੇ ਥੱਲੇ ਸਤ ਸੰਗਤ ਜੀ ਜੋ ਚਰਨ ਗੰਗਾ ਹੈ, ਜਦੋਂ ਪਾਣੀ ਪਿਆ ਉੱਤੇ ਤੇ ਬੜਾ ਠੰਡਾ ਲੱਗਾ, ਪਰ ਉਹ ਟੂਟੀ ਚੋਂ ਨਿਕਲ ਰਿਹਾ ਸੀ। ਤੇ ਜਿਹੜਾ ਪੈਂਦੇ ਹੋਏ ਮੀਂਹ ਦੇ ਥੱਲੇ ਪਾਣੀ ਹੋਵੇਗਾ, ਉਹ ਕਿੰਨਾ ਕੁ ਠੰਡਾ ਹੋਵੇਗਾ, ਮਹਿਸੂਸ ਕਰਨ ਦੀ ਲੋੜ ਹੈ। ਇਹ ਬਜ਼ੁਰਗ ਸਰੀਰ ਉਹਨਾਂ ਪਾਣੀਆਂ ਦੇ ਵਿੱਚੋਂ ਲੰਘੇ, ਇਹ ਛੋਟੇ ਛੋਟੇ ਬੱਚਿਆਂ ਦੇ ਸਰੀਰ ਉਹਨਾਂ ਪਾਣੀਆਂ ਦੇ ਵਿੱਚੋਂ ਲੰਘੇ। ਇਹ ਗੁਰੂ ਦੇ ਪਿਆਰੇ ਸਿੰਘ ਉਹਨਾਂ ਪਾਣੀਆਂ ਚੋਂ ਲੰਘੇ। ਤੇ ਗੁਰਮੁਖੋ, ਅਜੇ ਅੱਗੇ ਜਾ ਕੇ ਇਹਨਾਂ 1.25 ਲੱਖ ਦੇ ਨਾਲ ਫੇਰ ਜੂਝਣਾ ਹੈ। ਅੱਗੇ ਜਾ ਕੇ 1.25 ਲੱਖ ਦੇ ਨਾਲ ਫੇਰ ਜੂਝਣਾ ਇਹਨਾਂ। ਕਿਉਂਕਿ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜ਼ਮੀਰ ਇਹਨਾਂ ਦੇ ਤਕੜੇ ਸਨ, ਇਹ ਅੰਦਰੋਂ ਤਕੜੇ ਸਨ। ਗੁਰਮੁਖੋ, ਅੰਦਰੋਂ ਤਕੜੇ ਹੋਈਏ। ਅੰਦਰੋਂ ਬਾਹਰੀ ਸਰੀਰ ਜਿੱਡੇ ਮਰਜ਼ੀ ਤਕੜੇ ਹੋਣ, ਪਰ ਦੁਨੀ ਚੰਦ ਵਰਗੇ ਤੇ ਭੱਜ ਗਏ ਸੀ ਮੈਦਾਨ ਛੱਡ ਕੇ। ਜਿਨ੍ਹਾਂ ਦਾ ਅੰਦਰ ਤਕੜਾ ਹੁੰਦਾ ਹੈ, ਨਾਮ ਕਰਕੇ, ਬਾਣੀ ਕਰਕੇ, ਉਹ ਫਿਰ ਨਿਭਾ ਜਾਂਦੇ ਹਨ। ਅੰਦਰੋਂ ਤਕੜੇ ਹੋਈਏ, ਉਹਨਾਂ ਦੀ ਨਹੀਂ ਟੁੱਟਦੀ।
ਉਹ ਨਹੀਂ ਨਸ਼ਿਆਂ 'ਚ ਫਸਦੇ, ਉਹ ਨਹੀਂ ਵਿਕਾਰਾਂ 'ਚ ਫਸਦੇ ਸਤ ਸੰਗਤ ਜੀ। ਉਹਨਾਂ ਨੂੰ ਗੁਰੂ ਪਿਆਰਾ ਹੁੰਦਾ ਹੈ, ਉਹਨਾਂ ਨੂੰ ਪ੍ਰੇਮ ਹੈ ਗੁਰੂ ਦੇ ਨਾਲ। ਤਿੰਨਾਂ ਹਿੱਸਿਆਂ ਦੇ ਵਿੱਚ ਪਰਿਵਾਰ ਵਿਛੜ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ। ਪਰਿਵਾਰ ਵਿਛੋੜੇ ਵਾਲਾ ਦਿਨ ਹੈ ਅੱਜ। ਆਪਾਂ ਦਰਸ਼ਨ ਕਰਦੇ ਨਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਉੱਥੇ ਸਤ ਸੰਗਤ ਜੀ ਅੱਜ ਦੇ ਦਿਨ ਤਿੰਨਾਂ ਹਿੱਸਿਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਵਿਛੜਿਆ। ਜੋ ਕੁੰਮਾ ਮਾਸਕੀ ਹੈ, ਇਹਦੀ ਝੁੱਗੀ ਵੱਲ ਨੂੰ ਧੰਨ ਮਾਤਾ ਗੁਜਰ ਕੌਰ ਜੀ ਤੇ ਛੋਟੇ ਛੋਟੇ ਲਾਲ ਜਾ ਰਹੇ ਹਨ। ਜੋ ਨਿਹੰਗ ਖਾਂ ਹੈ, ਇਹਦੇ ਘਰ ਵੱਲ ਨੂੰ ਕਲਗੀਧਰ ਪਾਤਸ਼ਾਹ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਨਾਲ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ ਦੇ ਗੁਰੂ ਦੇ ਪਿਆਰੇ ਸਿੱਖ ਜਿਨ੍ਹਾਂ ਦੀ ਗਿਣਤੀ ਇਤਿਹਾਸ 40 ਕੁ ਦੇ ਕਰੀਬ ਦੱਸਦਾ ਹੈ, ਇਹ ਜਾ ਰਹੇ ਹਨ। ਇਸ ਤੋਂ ਅੱਗੇ ਜੋ ਸਤ ਸੰਗਤ ਜੀ ਕੱਲ ਦਾ ਇਤਿਹਾਸ ਹੋਵੇਗਾ, ਨਾਲ ਨਾਲ ਹੀ ਵਾਚਾਂਗੇ ਦਿਨ ਦੇ ਹਿਸਾਬ ਦੇ ਨਾਲ। ਉਸੇ ਤਰ੍ਹਾਂ ਯਤਨ ਕਰੀਏ ਕਿ ਸੁਰਤੀ ਦੇ ਨਾਲ ਆਪਾਂ ਇਤਿਹਾਸ ਦੇ ਨਾਲ ਚੱਲੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਾਰੇ ਹੋਣ, ਸਤਿਗੁਰੂ ਜੀ ਦੇ ਪਿਆਰਿਆਂ ਦੇ ਦਰਸ਼ਨ ਦਾਰੇ ਹੋਣ। ਮਹਿਸੂਸ ਤਾਂ ਕਰੀਏ ਕਿ ਭਾਈ ਇੱਦਾਂ ਹੋਇਆ ਸੀ। ਸੋ ਇਸ ਤੋਂ ਅੱਗੇ ਕੱਲ ਫਿਰ ਇਤਿਹਾਸ ਦੀ ਸਾਂਝ ਪਾਵਾਂਗੇ। ਹੁਣ ਜੋ ਹੁਕਮ ਸਤਿਗੁਰਾਂ ਜੀ ਨੇ ਬਖਸ਼ਿਆ ਅੱਖਰੀ ਅਰਥਾਂ ਦੇ ਨਾਲ ਸਾਂਝ ਪਾਈਏ। ਸਾਰੀ ਸੰਗਤ ਕਿਰਪਾ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਜੈਤ ਸ੍ਰੀ ਰਾਗ ਦੇ ਅੰਦਰ ਬਾਣੀ ਦੇ ਉਚਾਰਨ ਕਰਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਘਰ ਪਹਿਲਾ ਰਾਗੀ ਸਿੰਘਾਂ ਨੂੰ ਹਦਾਇਤ ਹੈ ਕਿ ਗੁਰਮੁਖੋ, ਜਿਸ ਵੇਲੇ ਇਸ ਪਾਵਨ ਪਵਿੱਤਰ ਸ਼ਬਦ ਦਾ ਗਾਇਨ ਕਰਨਾ ਹੈ, ਪਹਿਲੇ ਘਰ ਦੀ ਸੁਰਤਾਲ ਦਾ ਧਿਆਨ ਰੱਖਣਾ ਹੈ। ਚੌਪਦੇ ਪਾਵਨ ਪਵਿੱਤਰ ਸ਼ਬਦ ਦੇ 4 ਪਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਪਰਮਾਤਮਾ ਇੱਕ ਹੈ, ਸਾਰਿਆਂ ਦੇ ਅੰਦਰ ਉਸ ਦੀ ਜੋਤ ਵਸ ਰਹੀ ਹੈ, ਸਾਰਿਆਂ ਦੇ ਅੰਦਰ। ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਹਦਾ ਮਿਲਾਪ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਹਨ ਜੀ। ਮੇਰੇ ਹੀ ਅਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਮੇਰੇ ਹੀ ਅਰੇ, ਮੇਰੇ ਹਿਰਦੇ ਦੇ ਅੰਦਰ ਰਤਨ ਨਾਮ, ਪ੍ਰਭੂ ਪਰਮਾਤਮਾ ਦਾ ਨਾਮ ਜੋ ਰਤਨ ਰੂਪੀ ਹੈ, ਰਤਨ ਦਾ ਆਪਣਾ ਪ੍ਰਕਾਸ਼ ਹੁੰਦਾ ਹੈ। ਉਹਨੂੰ ਹਨੇਰੇ ਦੇ ਵਿੱਚ ਰੱਖ ਦਿਓ, ਜਗਮਗ ਜਗਮਗ ਕਰੇਗਾ। ਇਸੇ ਤਰ੍ਹਾਂ ਨਾਮ ਦੇ ਨਾਲ ਰਤਨ, ਨਾਮ ਨੂੰ ਰਤਨ ਸਤਿਗੁਰਾਂ ਜੀ ਨੇ ਕਿਉਂ ਕਿਹਾ ਹੈ? ਕਿਉਂਕਿ ਜਦੋਂ ਇਹ ਵੀ ਹਨੇਰੇ ਦੇ ਵਿੱਚ ਰੱਖੋਗੇ ਨਾ, ਹਨੇਰਾ ਕਿੱਥੇ ਆ? ਹਨੇਰਾ ਸਾਡੇ ਅੰਦਰ, ਹਨੇਰਾ ਸਾਡੇ ਹਿਰਦੇ ਦੇ ਵਿੱਚ। ਅਸੀਂ ਗਿਆਨ ਤੋਂ ਵਾਂਝੇ, ਅਸੀਂ ਗੁਰੂ ਦੀ ਸਿੱਖਿਆ ਤੋਂ ਵਾਂਝੇ, ਅਸੀਂ ਗੁਰੂ ਦੇ ਹੁਕਮ ਤੋਂ ਵਾਂਝੇ, ਸਾਡੇ ਅੰਦਰ ਹਨੇਰਾ। ਤੇ ਜਦੋਂ ਨਾਮ ਰੂਪੀ ਰਤਨ ਉੱਥੇ ਰੱਖ ਦਿੱਤਾ, ਉੱਥੇ ਵਸ ਗਿਆ, ਉੱਥੇ ਠਹਿਰ ਗਿਆ, ਫਿਰ ਕਿਰਪਾ ਹੁੰਦੀ ਹੈ। ਪਰ ਇਹ ਕਦੋਂ ਖੇਡ ਵਰਤਦੀ ਹੈ? ਜਦੋਂ ਗੁਰ ਹਾਥ ਧਰਿਓ ਮੇਰਾ ਮਾਥਾ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਣਗੇ, ਜਦੋਂ ਕਿਰਪਾ ਵਰਤਾਉਣਗੇ, ਇਹ ਕਿਰਪਾ ਉਦੋਂ ਵਰਤਦੀ ਹੈ
ਆਪ ਭਾਵੇਂ ਭਾਈ ਜਿੰਨੇ ਮਰਜ਼ੀ ਯਤਨ ਕਰ ਲਈਏ ਨਾ ਕਿ ਮੈਂ ਨਾਮ ਲੈ ਲਵਾਂ, ਨਹੀਂ। ਗੁਰੂ ਕਿਰਪਾ ਕਰੇ ਤਾਂ ਮਿਲਦਾ। ਤਾਈਓ ਤਾਂ ਬੇਨਤੀਆਂ ਕਰੀਦੀਆਂ ਨੇ ਕਿ ਭਾਈ ਸੰਗਤ ਕਰਿਆ ਕਰੋ, ਸੰਗਤ ਦੇ ਵਿੱਚ ਬੈਠਿਆ ਕਰੋ, ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ। ਸਤਿਗੁਰੂ ਜੀ ਕਿਰਪਾ ਕਰਦੇ ਹਨ। ਬਾਣੀ ਰੂਪੀ ਹੱਥ, ਨਾਮ ਰੂਪੀ ਹੱਥ ਸਤ ਸੰਗਤ ਜੀ ਬੁੱਧੀ ਰੂਪੀ ਮੱਥੇ ਤੇ ਰੱਖ ਦਿੰਦੇ ਹਨ ਤੇ ਉਹ ਬੁੱਧੀ ਰੂਪ ਮੱਥਾ ਪਵਿੱਤਰ ਹੋ ਜਾਂਦਾ ਹੈ। ਪ੍ਰਤੱਖ ਵੀ ਸੱਚੇ ਪਾਤਸ਼ਾਹ ਜੀ ਜਦੋਂ ਮਿਹਰ ਭਰਿਆ ਹੱਥ ਸਿਰ ਤੇ ਰੱਖਦੇ ਹਨ ਨਾ, ਸਤ ਸੰਗਤ ਜੀ ਖੰਡਾਂ ਬ੍ਰਹਿਮੰਡਾਂ ਦੀ ਸੋਝੀ ਆ ਜਾਂਦੀ ਹੈ। ਤੇ ਜਦੋਂ ਇਸ ਰਤਨ ਦੇ ਨਾਲ ਸਾਂਝ ਪੈ ਗਈ, ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਜਨਮਾਂ ਜਨਮਾਂ ਦੇ ਕਿਲ ਵਿਖ, ਵੱਡੇ ਪਾਪ, ਉਹ ਪਾਪ ਜਿਹੜਾ ਸਾਡਾ ਖਹਿੜਾ ਹੀ ਨਹੀਂ ਛੱਡਦੇ, ਜਿਹੜੇ ਸਾਡੇ ਨਾਲ ਨਾਲ ਆ ਰਹੇ ਹਨ। ਜਦੋਂ ਨਾਮ ਮਿਲ ਗਿਆ ਫਿਰ ਉਤਰ ਗਏ, ਦੁੱਖ ਉਤਰੇ, ਦੁੱਖ ਉਤਰ ਗਏ। ਗੁਰੂ ਨਾਮ ਦਿਓ ਰਿਨ ਲਾਥਾ, ਗੁਰੂ ਨੇ ਨਾਮ ਦਿੱਤਾ। ਰਿਨ ਨਾਮ ਹੁੰਦਾ ਕਰਜ਼ੇ ਦਾ, ਕਰਜ਼ਾ ਹੀ ਉਤਰ ਗਿਆ ਭਾਈ, ਕਰਜ਼ਾ ਹੀ ਲੱਥ ਗਿਆ। ਅਸੀਂ ਕਰਜ਼ਾਈ ਹਾਂ ਸਤ ਸੰਗਤ ਜੀ। ਅਸੀਂ ਸਵਾਸਾਂ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਕਰਜ਼ਾਈ ਜੇ। ਜਿਹਦਾ ਧਿਆਨ ਦਿਓ, ਜਿਸ ਦਿਨ ਇਸ ਸਮਾਜ ਲੋਕ ਉੱਤੇ ਆਉਣਾ ਸੀ ਨਾ, ਉਸ ਦਿਨ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਦੇ ਸਾਨੂੰ ਸਵਾਸ, ਅਸੀਂ ਮਾਲ ਤੋਂ ਲੋਕ ਉੱਤੇ ਜਾਈਏ ਤੇ ਆਪ ਜੀ ਦਾ ਨਾਮ ਜਪੀਏ, ਨਾਮ ਦੀਆਂ ਕਮਾਈਆਂ ਕਰੀਏ, ਨਾਮ ਦਾ ਧਨ ਇਕੱਠਾ ਕਰੀਏ। ਭੁੱਲ ਗਏ ਪਰ ਜਿਹੜੀ ਪੂੰਜੀ ਲੈ ਕੇ ਆਏ ਉਹਦੇ ਚੋਂ ਲਾਭ ਨਹੀਂ ਖੱਟਿਆ ਤੇ ਕਰਜ਼ਾਈ ਹੋ ਗਏ। ਆ ਦੁਨਿਆਵੀ ਤੌਰ ਤੇ ਵੀ ਭਾਈ ਕਈ ਤਿੜੇ ਤਿੜੇ ਕਰਜ਼ਾ ਚੁੱਕ ਲੈਂਦੇ ਆ ਕਿ ਅਸੀਂ ਕਾਰੋਬਾਰ ਕਰਾਂਗੇ, ਕਰਦੇ ਕੁਝ ਨਹੀਂ, ਦਲਿੱਦਰ ਪਾ ਕੇ ਬੈਠੇ ਰਹਿੰਦੇ ਆ ਤੇ ਉਹ ਵਿਆਜ ਦੇ ਨਾਲ ਕਰਜ਼ਾ ਉੱਤੇ ਹੋਰ ਜ਼ਿਆਦਾ ਚੜ ਜਾਂਦਾ ਹੈ। ਇਸੇ ਤਰ੍ਹਾਂ ਅੰਤਰੀਵ ਭਾਵ ਅਸੀਂ ਸਵਾਸਾ ਰੂਪੀ ਕਰਜ਼ਾਈ ਹਾਂ। ਕਰਜ਼ਾ ਲੈ ਕੇ ਆਏ ਅਕਾਲ ਪੁਰਖ ਪਰਮਾਤਮਾ ਤੋਂ। ਕਮਾਈ ਕਰੋ ਭਾਈ, ਕਮਾਈ, ਨਾਮ ਦੀ ਕਮਾਈ ਕਰੋ, ਨਾਮ ਦੀ। ਗੁਰੂ ਨਾਮ ਦਿਓ ਰਿਨ ਲਾਥਾ। ਇਹ ਸਾਡਾ ਕਰਜ਼ਾ ਉਤਰ ਜਾਵੇ। ਉਤਰੇਗਾ ਉਦੋਂ ਜਦੋਂ ਸਤਿਗੁਰਾਂ ਜੀ ਨੇ ਨਾਮ ਦੇਣਾ ਹੈ। ਸਤ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਨੂੰ ਕਿਸੇ ਨੇ ਕਿਹਾ, ਸੱਚੇ ਪਾਤਸ਼ਾਹ ਤੁਸੀਂ ਸ਼ਹਿਨਸ਼ਾਹ ਜੇ, ਸ਼ਹਿਨਸ਼ਾਹ। ਬੇਨਤੀ ਕੀਤੀ ਗੁਰੂ ਦੇ ਪਿਆਰਿਆਂ ਨੇ ਕਿ ਸਤਿਗੁਰੂ ਜੀ ਤੁਸੀਂ ਸ਼ਹਿਨਸ਼ਾਹ ਦੇ ਸ਼ਾਹ ਹੋ, ਸ਼ਹਿਨਸ਼ਾਹਾਂ ਦੇ ਵੀ ਸ਼ਹਿਨਸ਼ਾਹ ਹੋ। ਸਤਿਗੁਰੂ ਜੀ ਕਹਿੰਦੇ ਨਹੀਂ ਭਲਿਓ, ਏਦਾਂ ਨਾ ਕਹੋ। ਕਿਉਂ ਜੀ? ਕਿਉਂਕਿ ਸਤਿਗੁਰੂ ਜੀ ਕਹਿੰਦੇ ਸ਼ਹਿਨਸ਼ਾਹ ਤੇ ਉਹ ਹੁੰਦਾ ਹੈ ਜਿਹੜਾ ਆਪਣਾ ਕਰਜ਼ਾ ਇੱਕੋ ਵਾਰੀ ਮੋੜ ਦਵੇ। ਮੈਂ ਤੇ ਕਿਸ਼ਤਾਂ 'ਚ ਦਿੱਤਾ ਹੈ। ਸਤਿਗੁਰੂ ਜੀ ਸਮਝ ਨਹੀਂ ਆਈ। ਸਤਿਗੁਰੂ ਜੀ ਕਹਿੰਦੇ ਭਲਿਓ ਪਹਿਲੀ ਕਿਸ਼ਤ ਆਪਣੇ ਪਿਤਾ ਦੀ ਤਾਰੀ, ਫਿਰ ਹੌਲੀ ਹੌਲੀ ਕਰਕੇ ਆਪਣੇ ਪੁੱਤਰਾਂ ਦੀਆਂ ਕਿਸ਼ਤਾਂ ਤਾਰੀਆਂ, ਆਪਣਿਆਂ ਸਿੱਖਾਂ ਦੀਆਂ ਕਿਸ਼ਤਾਂ ਤਾਰੀਆਂ, ਆਪਣਿਆਂ ਪਿਆਰਿਆਂ ਦੀਆਂ ਕਿਸ਼ਤਾਂ ਤਾਰੀਆਂ। ਤੇ ਮੈਂ ਕਿੱਦਾਂ ਸ਼ਹਿਨਸ਼ਾਹ ਹੋ ਗਿਆ? ਮੈਂ ਤੇ ਕਰਜ਼ਾ ਕਿਸ਼ਤਾਂ ਚ ਲਾਇਆ। ਗੁਰੂ ਨਾਮ ਦੀ